BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਚੋਣਵੀਆਂ ਖਬਰਾਂ ਦੇ ਨਾਲ। ਟਰੂਡੋ ਨੇ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ 2032 ਤੱਕ ਨੈਟੋ ਦੇ ਟੀਚੇ ਤੱਕ ਪਹੁੰਚਣ ਦਾ ਕੀਤਾ ਵਾਅਦਾ। ਕੈਨੇਡਾ 'ਚ ਕੋਸਕੋ ਦੇ ਮੈਂਬਰਾਂ ਨੂੰ ਇਸ ਫਾਲ ਸੀਜ਼ਨ ਦੇ ਸ਼ੁਰੂ ਵਿੱਚ ਕਰਨਾ ਪਵੇਗਾ ਵਾਧੂ ਭੁਗਤਾਨ। ਯੂਨਾਈਟਿਡ 에ਅਰਲਾਈਨਸ ਜੈਟ 'ਚ ਯਾਤਰੀ ਨੇ ਕਰੂ ਮੈਂਬਰ ਨਾਲ ਕੀਤੀ ਲੜਾਈ, ਫਲੋਰੀਡਾ 'ਚ ਕਰਨੀ ਪਈ ਅਨਸਕੈਡਿਊਲਡ ਲੈਂਡਿੰਗ। UN ਨੇ ਵਰਲਡ ਪੋਪੂਲੇਸ਼ਨ ਡੇ ਤੇ ਨਵੀਂ ਰਿਪੋਰਟ ਕੀਤੀ ਪੇਸ਼, 2080 ਦੇ ਦਹਾਕੇ ਵਿੱਚ ਵਰਲਡ ਪੋਪੂਲੇਸ਼ਨ 10.3 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ। ਹੁਣ ਖਬਰਾਂ ਵਿਸਥਾਰ ਨਾਲ। ਸਹਿਯੋਗੀਆਂ ਦੇ ਦਬਾਅ ਦਾ ਸਾਹਮਣਾ ਕਰਦੇ ਹੋਏ ਕੈਨੇਡਾ ਨੇ ਇੱਕ ਟਾਈਮਲਾਈਨ ਦਾ ਖੁਲਾਸਾ ਕੀਤਾ ਹੈ ਕਿ ਇਹ ਕਦੋਂ ਤੱਕ ਨੈਟੋ ਰੱਖਿਆ ਖਰਚ ਦੇ ਟੀਚੇ ਨੂੰ ਪੂਰਾ ਕਰਨ ਦੀ ਉਮੀਦ ਕਰਦਾ ਹੈ, ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਕਿ ਓਟਵਾ ਇਸ ਬੈਂਚਮਾਰਕ ਤੱਕ ਕਿਵੇਂ ਪਹੁੰਚੇਗਾ, ਪਰ ਉਹਨਾਂ ਨੇ ਇਸ ਨੂੰ ਇੱਕ ਪ੍ਰੈਸ ਗਣਨੀਤਿਕ ਗਣਨਾ ਵਜੋਂ ਕਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਸ਼ਿੰਗਟਨ DC ਵਿੱਚ ਨੈਟੋ ਸੰਮੇਲਨ ਦੇ ਆਖਰੀ ਦਿਨ ਕਿਹਾ ਕਿ ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਅਸੀਂ 2032 ਤੱਕ ਖਰਚ ਦੇ 2% ਦੇ ਅੰਕੜੇ ਨੂੰ ਛੂ ਲਵਾਂਗੇ। ਟਰੂਡੋ ਨੇ ਇਸ ਬਾਰੇ ਬਹੁਤ ਘੱਟ ਸਪਸ਼ਟੀਕਰਨ ਪੇਸ਼ ਕੀਤਾ ਕਿ ਫੈਡਰਲ ਸਰਕਾਰ ਵਧੇ ਹੋਏ ਨੈਟੋ ਯੋਗਦਾਨ ਲਈ ਕਿਵੇਂ ਭੁਗਤਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਦੱਸਿਆ ਕਿ ਨੈਟੋ ਦੇ ਮੈਂਬਰ 2014 ਵਿੱਚ ਆਪਣੇ ਰਾਸ਼ਟਰੀ ਕੁੱਲ ਘਰੇਲੂ ਉਤਪਾਦ ਦਾ ਘੱਟੋ-ਘੱਟ 2% ਰੱਖਿਆ ਤੇ ਖਰਚ ਕਰਨ ਲਈ ਸਹਿਮਤ ਹੋਏ ਸਨ, ਪਰ ਕੈਨੇਡਾ ਲੰਬੇ ਸਮੇਂ ਤੋਂ ਇਸ ਤੋਂ ਪਿੱਛੇ ਹਟ ਰਿਹਾ ਹੈ। ਟਰੂਡੋ ਨੇ ਅੱਗੇ ਕਿਹਾ ਕਿ ਅਸੀਂ ਲਗਾਤਾਰ ਕਦਮ ਚੁੱਕਦੇ ਹਾਂ ਤੇ ਆਪਣੀ ਹਿੰਮਤ ਤੋਂ ਉੱਪਰ ਕੰਮ ਕਰਦੇ ਹਾਂ, ਪਰ ਇਹ ਕੁਝ ਅਜਿਹਾ ਹੈ ਜੋ ਹਮੇਸ਼ਾ ਅਣਦੇਖਿਆ ਰਹਿ ਜਾਂਦਾ ਹੈ ਕਿਉਂਕਿ ਕੁਝ ਲੋਕ ਬਹੁਤ ਜਲਦੀ ਟਰਨ ਅਪਸ ਕਰ ਜਾਂਦੇ ਹਨ। ਇਹੀ ਕਾਰਨ ਹੈ ਕਿ ਸਾਨੂੰ ਹਮੇਸ਼ਾ 2% ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ। ਗੱਠਜੋੜ ਦੇ ਸਿਖਰ ਸੰਮੇਲਨ ਦੌਰਾਨ, ਜੋ ਕਿ ਇਸ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਇਸ ਦੌਰਾਨ ਕੈਨੇਡਾ ਵੱਲੋਂ ਆਪਣਾ ਹਿੱਸਾ ਨਾ ਦੇਣ ਬਾਰੇ ਚਿੰਤਾਵਾਂ ਨੇ ਪ੍ਰਧਾਨ ਨੂੰ ਪਰੇਸ਼ਾਨ ਕਰ ਦਿੱਤਾ। US ਸੈਨੇਟ ਦੀ ਆਰਮ ਸਰਵਿਸਿਜ਼ ਕਮੇਟੀ ਦੇ ਸਭ ਤੋਂ ਉੱਚੇ ਦਰਜੇ ਦੇ ਰਿਪਬਲਿਕਨ ਰੋਜਰ ਵਿਕਰ ਨੇ ਕਿਹਾ ਕਿ ਉਹਨਾਂ ਨੇ ਮੰਗਲਵਾਰ ਟਰੂਡੋ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਸੀ ਕਿ 2% ਤੱਕ ਪਹੁੰਚਣ ਤੇ ਉਹਨਾਂ ਨੂੰ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨੈਟੋ ਦੇ ਟੀਚੇ ਤੱਕ ਪਹੁੰਚਣ ਲਈ ਸਮਾਂ ਸੀਮਾ ਪ੍ਰਦਾਨ ਕਰਨ ਤੋਂ ਇੱਕ ਦਿਨ ਪਹਿਲਾਂ ਕੈਨੇਡਾ ਨੇ ਕਿਹਾ ਸੀ ਕਿ ਉਹ ਆਪਣੇ ਪੁਰਾਣੇ ਫਲੀਟ ਨੂੰ ਬਦਲਣ ਲਈ 12 ਨਵੀਆਂ ਪਣਡੁੱਬੀਆਂ ਦੀ ਖਰੀਦ ਨਾਲ ਅੱਗੇ ਵਧ ਰਿਹਾ ਹੈ। ਕੋਸਕੋ ਇਸ ਗਿਰਾਵਟ ਵਿੱਚ ਕੈਨੇਡਾ ਅਤੇ ਸੰਯੁਕਤ ਰਾਜ ਵਿੱਚ ਆਪਣੀ ਸਾਲਾਨਾ ਮੈਂਬਰਸ਼ਿਪ ਫੀਸ ਵਧਾ ਰਹੀ ਹੈ। ਕੰਪਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ, ਜਿੱਥੇ ਕੰਪਨੀ ਨੇ ਜੂਨ ਮਹੀਨੇ ਲਈ ਆਪਣੇ ਵਿਕਰੀ ਨਤੀਜਿਆਂ ਦੀ ਰਿਪੋਰਟ ਪੇਸ਼ ਕੀਤੀ। ਕੋਸਕੋ ਦਾ ਕਹਿਣਾ ਹੈ ਕਿ 1 ਸਤੰਬਰ ਤੋਂ ਪ੍ਰਭਾਵੀ ਵਿਅਕਤੀਗਤ ਕਾਰੋਬਾਰ ਜਾਂ ਕਾਰੋਬਾਰੀ ਐਡ-ਆਨ ਮੈਂਬਰਸ਼ਿਪ ਰੱਖਣ ਵਾਲੇ ਕੈਨੇਡੀਅਨਸ ਦੀ ਸਾਲਾਨਾ ਮੈਂਬਰਸ਼ਿਪ ਫੀਸ $5 ਤੋਂ ਵੱਧ ਕੇ $65 ਤੱਕ ਵੱਧ ਜਾਵੇਗੀ ਤੇ ਜਿਨ੍ਹਾਂ ਕੋਲ ਕਾਰਜਕਾਰੀ ਮੈਂਬਰਸ਼ਿਪਸ ਹਨ ਉਹਨਾਂ ਦੀ ਫੀਸ $10 ਵਧਾ ਕੇ $130 ਕਰ ਦਿੱਤੀ ਜਾਵੇਗੀ ਅਤੇ ਉਹਨਾਂ ਦੇ ਵੱਧ ਤੋਂ ਵੱਧ ਸਾਲਾਨਾ ਇਨਾਮਾਂ ਵਿੱਚ ਵਾਧਾ ਵੀ ਦੇਖਣ ਨੂੰ ਮਿਲੇਗਾ। US ਕੋਸਕੋ ਦੇ ਮੈਂਬਰਾਂ ਨੂੰ ਵੀ ਇਹੀ ਵਾਧਾ ਦੇਖਣ ਨੂੰ ਮਿਲੇਗਾ। ਇਸ ਵਾਧੇ ਨੂੰ ਲੈ ਕੇ ਹੋਲਸੇਲਰ ਰਿਟੇਲਰ ਦਾ ਕਹਿਣਾ ਹੈ ਕਿ ਫੀਸ ਵਧਣ ਨਾਲ ਲਗਭਗ 52 ਮਿਲੀਅਨ ਮੈਂਬਰਸ਼ਿਪ ਪ੍ਰਭਾਵਿਤ ਹੋਵੇਗੀ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਕਾਰਜਕਾਰੀ ਮੈਂਬਰਸ਼ਿਪਸ ਹਨ। ਜ਼ਿਕਰਯੋਗ ਹੈ ਕਿ ਰਿਟੇਲਰ ਦੀ ਮੈਂਬਰਸ਼ਿਪ ਗਾਹਕਾਂ ਨੂੰ ਕਈ ਪ੍ਰੇਰਨਾਵਾਂ ਦੀ ਪੇਸ਼ਕਸ਼ ਕਰਦੀ ਹੈ, ਜਿਸ ਵਿੱਚ ਮੁਫਤ ਨਮੂਨਿਆਂ ਦੀ ਜਾਂਚ, ਭੋਜਨ, ਗੈਸ, ਘਰੇਲੂ ਬੀਮਾ, ਯਾਤਰਾ ਅਤੇ ਕਰਿਆਨੇ ਦੀਆਂ ਵਸਤਾਂ ਤੇ ਛੋਟ ਅਤੇ ਇਸ ਦੀ ਵੇਅਰਹਾਊਸਾਂ ਤੋਂ ਯੋਗ ਖਰੀਦਦਾਰੀ ਤੇ ਸਾਲਾਨਾ 2% ਇਨਾਮ ਸ਼ਾਮਲ ਹਨ। ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2017 ਵਿੱਚ ਸਾਲਾਨਾ ਫੀਸ ਵਿੱਚ ਵਾਧਾ ਕੀਤਾ ਗਿਆ ਸੀ। ਜਾਪਾਨ ਵਿੱਚ ਇੱਕ ਔਰਤ ਲਈ ਸਮੁੰਦਰੀ ਕਿਨਾਰੇ ਦੀ ਇੱਕ ਸਧਾਰਨ ਯਾਤਰਾ ਇੱਕ ਭਿਆਨਕ ਸੁਪਨਾ ਬਣ ਗਈ, ਜਿਸਨੇ ਪ੍ਰਸ਼ਾਂਤ ਮਹਾਸਾਗਰ ਵਿੱਚ 37 ਘੰਟੇ ਬਿਤਾਉਣ ਤੋਂ ਬਾਅਦ ਉਸਨੂੰ ਇੱਕ ਇਨਫਲੇਟੇਬਲ ਸਵਿਮ ਰਿੰਗ ਵਿੱਚ ਸਮੁੰਦਰ ਵਿੱਚ ਸੁੱਟ ਦਿੱਤਾ। 20 ਸਾਲਾਂ ਦੀ ਚੀਨੀ ਨਾਗਰਿਕ ਔਰਤ, ਜਿਸ ਦਾ ਨਾਮ ਨਹੀਂ ਦੱਸਿਆ ਗਿਆ, ਨੂੰ ਬੁੱਧਵਾਰ ਨੂੰ ਜਾਪਾਨ ਦੇ ਤੱਟ ਤੋਂ 80 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੇ ਬਚਾਇਆ ਗਿਆ। ਹਾਲਾਂਕਿ ਜਾਪਾਨੀ ਕੋਸਟ ਗਾਰਡ ਨੇ ਪਹਿਲਾਂ ਹੀ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਸੀ, ਪਰ ਉਸਨੂੰ ਲੰਘ ਰਹੇ ਇੱਕ ਕਾਰਗੋ ਜਹਾਜ਼ ਦੁਆਰਾ ਪਾਣੀ ਵਿੱਚ ਇਕੱਲੀ ਬੋਬਿੰਗ ਕਰਦੇ ਦੇਖਿਆ ਗਿਆ ਸੀ। ਕਾਰਗੋ ਜਹਾਜ਼ ਤੇ ਸਵਾਰ ਕਰਮਚਾਰੀਆਂ ਨੇ ਇੱਕ LPG ਟੈਂਕਰ ਕਾਕੂਬਾ ਮਾਰੂ ਨੰਬਰ 8 ਨੂੰ ਬਚਾਅ ਵਿੱਚ ਸਹਾਇਤਾ ਕਰਨ ਲਈ ਕਿਹਾ। ਔਰਤ ਨੂੰ ਬਚਾਉਣ ਲਈ ਟੈਂਕਰ ਦੇ 2 ਮੈਂਬਰਾਂ ਨੇ ਪਾਣੀ ਵਿੱਚ ਛਾਲ ਮਾਰੀ। ਵਾਹਨ ਨੇ ਦੱਸਿਆ ਕਿ ਬਚਾਅ ਦੇ ਸਮੇਂ ਲਹਿਰਾਂ ਘੱਟੋ-ਘੱਟ 2 ਮੀਟਰ ਉੱਚੀਆਂ ਸਨ। ਇੱਕ ਵਾਰ ਜਦੋਂ ਔਰਤ ਨੂੰ ਸਮੁੰਦਰ ਵਿੱਚੋਂ ਬਾਹਰ ਕੱਢ ਲਿਆ ਗਿਆ, ਤੱਟ ਰੱਖਿਅਕ ਅਧਿਕਾਰੀਆਂ ਨੇ ਉਸਨੂੰ ਹਸਪਤਾਲ ਪਹੁੰਚਾਉਣ ਲਈ ਇੱਕ ਹੈਲੀਕਾਪਟਰ ਦੀ ਵਰਤੋਂ ਕੀਤੀ। ਤੱਟ ਰੱਖਿਅਕ ਦੁਆਰਾ ਜਾਰੀ ਕੀਤੀ ਗਈ ਘਟਨਾ ਦੀ ਵੀਡੀਓ ਵਿੱਚ ਔਰਤ ਨੀਲੇ ਤੌਲੀਏ ਵਿੱਚ ਲਪੇਟੀ ਹੋਈ ਦਿਖਾਈ ਦਿੱਤੀ ਜਦੋਂ ਉਹ ਕਾਰਗੋ ਜਹਾਜ਼ ਦੇ ਡੈਕ ਤੇ ਇੰਤਜ਼ਾਰ ਕਰ ਰਹੀ ਸੀ। ਜਿਵੇਂ ਹੀ ਉਸਨੂੰ ਰੱਸੀ ਨਾਲ ਹੈਲੀਕਾਪਟਰ ਵੱਲ ਖਿੱਚਿਆ ਗਿਆ ਤਾਂ ਔਰਤ ਨੇ ਟੈਂਕਰ ਦੇ ਚਾਲਕ ਦਲ ਦਾ ਵੇਵ ਕਰਦੇ ਹੋਏ ਧੰਨਵਾਦ ਕੀਤਾ। ਗਰਮੀਆਂ ਦੇ ਵਧਦੇ ਤਾਪਮਾਨ ਦੇ ਨਾਲ-ਨਾਲ 1 ਮਹੀਨੇ ਤੋਂ ਵੱਧ ਸਮੇਂ ਲਈ ਬਾਹਰੀ ਪਾਣੀ ਦੀਆਂ ਪਾਬੰਦੀਆਂ ਨੂੰ ਲੈ ਕੇ ਕੈਲਗਰੀ ਵਾਸੀਆਂ ਦੀ ਨਿਰਾਸ਼ਾ ਵੱਧ ਰਹੀ ਹੈ, ਪਰ ਬੁੱਧਵਾਰ ਨੂੰ ਇੱਕ ਸ਼ਹਿਰ ਦੇ ਅਧਿਕਾਰੀ ਨੇ ਕੋਈ ਸੰਕੇਤ ਨਹੀਂ ਦਿੱਤਾ ਕਿ ਇਹ ਪਾਬੰਦੀਆਂ ਕਦੋਂ ਸੌਖੀਆਂ ਹੋਣਗੀਆਂ। ਖਾਸ ਤੌਰ ਤੇ ਕੈਲਗਰੀ ਦੇ ਉੱਤਰ-ਪੱਛਮ ਵਿੱਚ ਪਾਣੀ ਦੇ ਮੇਨ ਦੀ ਵਿਭਾਗਤਾ ਨੂੰ ਲੈ ਕੇ ਨਵੀਆਂ ਚਿੰਤਾਵਾਂ ਦਿੱਤੀਆਂ ਗਈਆਂ ਹਨ। ਪੂੰਜੀ ਤਰਜੀਹਾਂ ਅਤੇ ਨਿਵੇਸ਼ ਦੇ ਸ਼ਹਿਰ ਦੇ ਨਿਰਦੇਸ਼ਕ ਫ੍ਰਾਂਸਵਾ ਬੋਚਾਰਟ ਨੇ ਕਿਹਾ ਕਿ ਪਾਈਪ ਨੂੰ ਮਜ਼ਬੂਤ ਕਰਨ ਵਾਲੀਆਂ ਤਾਰਾਂ ਵਿੱਚ ਅਸਫਲਤਾਵਾਂ, ਜੋ ਕਿ 5 ਜੂਨ ਨੂੰ ਮੌਂਟਗੋਮਰੀ ਵਿੱਚ ਵਾਟਰ ਫੀਡਰ ਮੇਨ ਦੇ ਸ਼ੁਰੂਆਤੀ ਫਟਣ ਦੌਰਾਨ ਟੁੱਟੀਆਂ ਸਨ, ਨੂੰ ਇਸ ਹਫ਼ਤੇ ਮੁਰੰਮਤ ਦੇ ਬਾਅਦ ਨਿਗਰਾਨੀ ਕੀਤੇ ਜਾ ਰਹੇ ਨੈਟਵਰਕ ਦੇ ਨਾਲ ਲੱਭਿਆ ਗਿਆ ਹੈ। ਉਸਨੇ ਕਿਹਾ ਕਿ ਇਹ 2 ਸਨੈਪਸ ਇਸ ਗੱਲ ਦਾ ਸੰਕੇਤ ਨਹੀਂ ਹਨ ਕਿ ਇੱਕ ਹੋਰ ਬ੍ਰੇਕ ਆਉਣ ਵਾਲਾ ਹੈ, ਪਰ ਇਹ ਸਾਨੂੰ ਇਸ ਬਾਰੇ ਕੁਝ ਮਹੱਤਵਪੂਰਨ ਸੁਰਾਗ ਦਿੰਦੇ ਹਨ ਕਿ ਪਾਈਪ ਕੀ ਹੈਂਡਲ ਕਰ ਸਕਦਾ ਹੈ ਅਤੇ ਸਾਡੇ ਫੈਸਲੇ ਨੂੰ ਸੂਚਿਤ ਕਰਨ ਵਿੱਚ ਮਦਦ ਕਰੇਗਾ ਕਿ ਕੀ ਦਬਾਅ ਵਿੱਚ ਪ੍ਰਭਾਵ ਵਧਾਇਆ ਜਾ ਸਕਦਾ ਹੈ ਜਾਂ ਨਹੀਂ। ਉਸਨੇ ਅੱਗੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਲੋਕ ਇਹ ਜਾਣਨ ਲਈ ਬੇਚੈਨ ਹਨ ਕਿ ਅਸੀਂ ਪੜਾਅ 2 ਤੇ ਕਦੋਂ ਜਾਵਾਂਗੇ। ਅਜੇ ਵੀ ਹੋਰ ਖੇਤਰ ਹਨ ਜੋ ਅਸੀਂ ਜਾਣਦੇ ਹਾਂ ਕਿ ਢਾਂਚਾਗਤ ਤੌਰ ਤੇ ਕਮਜ਼ੋਰ ਹਨ ਅਤੇ ਆਖਰੀ ਚੀਜ਼ ਜੋ ਅਸੀਂ ਜਾਣਦੇ ਹਾਂ ਕਿ ਉਹ ਇੱਕ ਹੋਰ ਵੱਡਾ ਬ੍ਰੇਕ ਹੈ ਜੋ ਸਾਨੂੰ ਉੱਥੇ ਵਾਪਸ ਲੈ ਜਾਵੇਗਾ ਜਿੱਥੇ ਅਸੀਂ
ਜੂਨ ਦੇ ਸ਼ੁਰੂ ਵਿੱਚ ਸੀ। ਇਹ ਖਬਰ ਚੱਲ ਰਹੀ ਬਾਹਰੀ ਪਾਣੀ ਦੀ ਵਰਤੋਂ ਦੀਆਂ ਸੀਮਾਵਾਂ ਤੇ ਨਿਰਾਸ਼ਾ ਨੂੰ ਘੱਟ ਕਰਨ ਦੀ ਸੰਭਾਵਨਾ ਨਹੀਂ ਦਰਸਾਉਂਦੀ ਹੈ। ਕੈਨੇਡਾ ਭਰ ਤੋਂ ਪੁਲਿਸ ਇਸ ਹਫ਼ਤੇ ਦੇ ਅੰਤ ਵਿੱਚ ਲੈਥਬ੍ਰਿਜ ਉੱਤੇ ਹੈਲਸ ਐਂਜਲਸ ਦੇ ਮੈਂਬਰਾਂ ਅਤੇ ਮੋਟਰਸਾਈਕਲ ਗੈਂਗ ਦੇ ਸਮਰਥਕਾਂ ਦੇ ਰੂਪ ਵਿੱਚ ਦੱਖਣੀ ਅਲਬਰਟਾ ਸ਼ਹਿਰ ਵਿੱਚ ਜਾ ਰਹੇ ਹਨ। ਦੱਸੀਏ ਕਿ ਲੈਥਬ੍ਰਿਜ ਵਿੱਚ ਇੱਕ ਨਵੇਂ ਹੈਲਸ ਐਂਜਲਸ ਚੈਪਟਰ ਦੇ ਮੈਂਬਰ ਉਹਨਾਂ ਦੇ ਸਹਿਯੋਗੀ ਕਲੱਬ ਅਤੇ ਹੋਰ ਇੱਕ ਸ਼ਾਨਦਾਰ ਉਦਘਾਟਨੀ ਪਾਰਟੀ ਦਾ ਆਯੋਜਨ ਕਰ ਰਹੇ ਹਨ ਅਤੇ ਹਫ਼ਤੇ ਦੇ ਅੰਤ ਵਿੱਚ ਵੱਖ-ਵੱਖ ਸਮਾਗਮਾਂ ਦੌਰਾਨ ਸਵਾਰੀ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਲੈਥਬ੍ਰਿਜ ਪੁਲਿਸ ਸਰਵਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਲਈ ਅਸੀਂ ਕਿਤੇ ਵੀ 200 ਤੋਂ 300 ਮੈਂਬਰਾਂ ਦੀ ਉਮੀਦ ਕਰ ਸਕਦੇ ਹਾਂ। ਦੱਸੀਏ ਕਿ ਹੈਲਸ ਐਂਜਲਸ ਦੁਨੀਆ ਦਾ ਸਭ ਤੋਂ ਵੱਡਾ ਆਊਟਲੋ ਮੋਟਰਸਾਈਕਲ ਗੈਂਗ ਹੈ ਅਤੇ ਇਸ ਦੇ ਹੇਠਾਂ ਕਈ ਜੂਨੀਅਰ ਸਪੋਰਟ ਕਲੱਬ ਹਨ। ਕਈ ਮਾਰਾਂ ਵੱਲੋਂ ਇਸ ਗੈਂਗ ਦੀ ਤੁਲਨਾ ਅਮਰੀਕੀ ਹਾਕੀ ਲੀਗ ਅਤੇ ਈਸਟ ਕੋਸਟ ਹਾਕੀ ਲੀਗ ਵਾਲੀ NHL ਨਾਲ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਸੰਗਠਨ ਦਾ ਜਾਣੇ ਪਛਾਣੇ ਅਪਰਾਧਿਕ ਇਤਿਹਾਸ, ਚਿੱਟੇ ਕਾਲਰ ਅਪਰਾਧ ਜਿਵੇਂ ਕਿ ਧੋਖਾਧੜੀ, ਜਾਲੀ ਮਨੀ ਲਾਂਡਰਿੰਗ, ਤਸਕਰੀ, ਜ਼ਬਰਦਸਤੀ ਅਤੇ ਗੈਰ ਕਾਨੂੰਨੀ ਜੂਏਬਾਜ਼ੀ ਤੋਂ ਲੈ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਮਲੇ ਅਤੇ ਕਤਲ ਵਰਗੇ ਹੋਰ ਗੰਭੀਰ ਅਪਰਾਧਾਂ ਤੱਕ ਹੈ। ਇਸ ਲਈ RCMP ਅਲਰਟ, ਇੰਟੀਗ੍ਰੇਟਿਡ ਗੈਂਗ ਐਨਫੋਰਸਮੈਂਟ ਟੀਮ, ਕੈਲਗਰੀ ਪੁਲਿਸ ਸਰਵਿਸ, ਐਡਮਿੰਟਨ ਪੁਲਿਸ ਸਰਵਿਸ, ਮੈਡੀਸਨ ਹੈਟ ਪੁਲਿਸ ਸਰਵਿਸ, ਟੈਬਰ, ਕੈਮਰਸ ਪੁਲਿਸ ਸਰਵਿਸ ਅਤੇ ਹੋਰ ਕੈਨੇਡੀਅਨ ਪੁਲਿਸ ਏਜੰਸੀਆਂ ਦੇ ਅਧਿਕਾਰੀ ਲੈਥਬ੍ਰਿਜ ਵੱਲ ਜਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਵੱਡੀ ਗਿਣਤੀ ਵਿੱਚ ਹੈਲਸ ਐਂਜਲਸ ਅਤੇ ਉਹਨਾਂ ਦੇ ਸਮਰਥਕ ਸ਼ਹਿਰ ਵਿੱਚ ਪਹੁੰਚਣਗੇ, ਜਿਸ ਕਰਕੇ ਲੋਕਾਂ ਨੂੰ ਮੋਟਰਸਾਈਕਲਾਂ ਦੀ ਆਵਾਜਾਈ ਵਿੱਚ ਹੋਏ ਮਹੱਤਵਪੂਰਨ ਵਾਧੇ ਤੋਂ ਸੁਚੇਤ ਰਹਿਣ ਅਤੇ ਸੜਕ ਨੂੰ ਸੁਰੱਖਿਅਤ ਢੰਗ ਨਾਲ ਸਾਂਝਾ ਕਰਨ ਲਈ ਕਿਹਾ ਗਿਆ ਹੈ। ਜਾਣਕਾਰੀ ਮੁਤਾਬਕ ਹੈਲਸ ਐਂਜਲਸ ਮੋਟਰਸਾਈਕਲ ਕਲੱਬ ਦੀ ਸਥਾਪਨਾ 1948 ਵਿੱਚ ਕੈਲੀਫੋਰਨੀਆ ਵਿੱਚ ਕੀਤੀ ਗਈ ਸੀ। ਇਸ ਸਮੂਹ ਦੇ 59 ਦੇਸ਼ਾਂ ਵਿੱਚ 467 ਚਾਰਟਰਸ ਵਿੱਚ ਲਗਭਗ 6000 ਮੈਂਬਰ ਹਨ। ਮੈਨੀਟੋਬਾ ਦੇ ਇੱਕ ਜੱਜ ਨੇ ਕਬੂਲ ਕੀਤੇ ਸੀਰੀਅਲ ਕਿਲਰ ਜੇਰੇਮੀ ਸਕਿਬੀਕੀ ਨੂੰ ਪਹਿਲੀ ਡਿਗਰੀ ਕਤਲ ਦੇ 4 ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ। ਇਹ ਨਿਰਧਾਰਿਤ ਕਰਦੇ ਹੋਏ ਕਿ ਉਹ ਮਾਨਸਿਕ ਬਿਮਾਰੀ ਤੋਂ ਪੀੜਤ ਨਹੀਂ ਸੀ ਜਦੋਂ ਉਸਨੇ 4 ਆਦੀਵਾਸੀ ਔਰਤਾਂ ਨੂੰ ਬੇਰਹਿਮੀ ਨਾਲ ਮਾਰਿਆ ਸੀ। ਜਦੋਂ ਚੀਫ ਜਸਟਿਸ ਗਲੇਨ ਜੋਇਲ ਨੇ ਮੈਨੀਟੋਬਾ ਦੀ ਕੋਰਟ ਆਫ ਕਿੰਗਸ ਬੈਂਚ ਵਿੱਚ ਆਪਣੇ ਫੈਸਲੇ ਦਾ ਸਾਥ ਦਿੱਤਾ ਤਾਂ ਗੈਲਰੀ ਵਿੱਚ ਰੌਣਕ ਗੂੰਜ ਉੱਠੀ। ਸਕਿਬੀਕੀ ਨੂੰ ਹੁਣ ਮੋਰਗਨ ਹੈਰਿਸ, ਮਾਰਸਿਡਸ ਮਾਇਰਨ, ਰੇਬੇਕਾ ਕੋਂਟੋਆ ਦੀਆਂ ਹੱਤਿਆਵਾਂ ਵਿੱਚ ਪਹਿਲੀ ਡਿਗਰੀ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇੱਕ ਅਣਪਛਾਤੀ ਔਰਤ ਆਦੀਵਾਸੀ ਆਗੂਆਂ ਨੇ ਮੈਸ਼ਕੋਡੇ ਬਿਜ਼ੀ ਕੀਕਵਾ ਜਾਂ ਬਫੈਲੋ ਵੂਮਨ ਦਾ ਨਾਮ ਦਿੱਤਾ ਹੈ। 37 ਸਾਲਾ ਵਿਅਕਤੀ ਜੋ ਕਿ ਕੈਦੀ ਦੇ ਬਕਸੇ ਵਿੱਚ ਪੈਰਾਂ ਨੂੰ ਬੇੜੀਆਂ ਪਾ ਕੇ ਬੈਠਾ ਸੀ ਚੁੱਪ ਰਿਹਾ ਅਤੇ ਜੱਜ ਨੇ ਆਪਣਾ ਫੈਸਲਾ ਪੜ੍ਹਦਿਆਂ ਕੋਈ ਭਾਵਨਾ ਨਹੀਂ ਦਿਖਾਈ। ਦੱਸੀਏ ਕਿ ਇਹ ਫੈਸਲਾ ਜੂਨ ਵਿੱਚ 6 ਹਫ਼ਤਿਆਂ ਦੀ ਸੁਣਵਾਈ ਦੇ 1 ਮਹੀਨੇ ਬਾਅਦ ਆਇਆ ਹੈ। ਕ੍ਰਾਊਨ ਨੇ ਦਲੀਲ ਦਿੱਤੀ ਸੀ ਕਿ ਸਕਿਬੀਕੀ ਨੇ ਹੋਮਲੈਸ ਸ਼ੈਲਟਰ ਵਿੱਚ ਆਪਣੇ ਪੀੜਤਾਂ ਦਾ ਸ਼ਿਕਾਰ ਕੀਤਾ, ਉਹਨਾਂ ਨੂੰ ਆਪਣੇ ਅਪਾਰਟਮੈਂਟ ਵਿੱਚ ਬੁਲਾਇਆ ਜਿੱਥੇ ਉਸਨੇ ਉਹਨਾਂ ਨਾਲ ਦੁਰਵਿਵਹਾਰ ਕੀਤਾ, ਅਕਸਰ ਜਿਨਸੀ ਤੌਰ ਤੇ, ਅਤੇ ਉਹਨਾਂ ਦੇ ਸਰੀਰ ਨੂੰ ਅਪਵਿੱਤਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਮਾਰ ਦਿੱਤਾ ਅਤੇ ਉਹਨਾਂ ਨੂੰ ਨੇੜਲੇ ਕੂੜੇਦਾਨਾਂ ਅਤੇ ਡੰਪਸਟਰਾਂ ਵਿੱਚ ਸੁੱਟ ਦਿੱਤਾ। ਜਦੋਂ ਕਿ ਸਕਿਬੀਕੀ ਨੇ ਕਤਲ ਦਾ ਇਕਬਾਲ ਕੀਤਾ ਸੀ, ਉਸ ਦੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਉਸ ਨੂੰ ਮਾਨਸਿਕ ਬਿਮਾਰੀ ਕਾਰਨ ਹੋਈਆਂ ਮੌਤਾਂ ਲਈ ਅਪਰਾਧਿਕ ਤੌਰ ਤੇ ਜ਼ਿੰਮੇਵਾਰ ਨਹੀਂ ਪਾਇਆ ਜਾਣਾ ਚਾਹੀਦਾ ਹੈ। ਮੁਕੱਦਮੇ ਦੌਰਾਨ ਬਚਾਅ ਪੱਖ ਨੇ UK ਆਧਾਰਿਤ ਮਨੋਵਿਗਿਆਨੀ ਦੇ ਸਬੂਤਾਂ ਤੇ ਭਰੋਸਾ ਕੀਤਾ, ਜਿਸ ਨੇ ਗਵਾਹੀ ਦਿੱਤੀ ਕਿ ਸਕਿਬੀਕੀ ਸਿਜ਼ੋਫਰੇਨੀਆ ਤੋਂ ਪੀੜਤ ਸੀ ਅਤੇ ਹੱਤਿਆਵਾਂ ਦੇ ਸਮੇਂ ਉਸ ਨੂੰ ਕਈ ਆਵਾਜ਼ਾਂ ਸੁਣ ਰਹੀਆਂ ਸਨ। ਹਾਲਾਂਕਿ ਜੱਜ ਜੋਇਲ ਨੇ ਮਨੋਵਿਗਿਆਨੀ ਦੇ ਵਿਸ਼ਲੇਸ਼ਣ ਵਿੱਚ ਮਹੱਤਵਪੂਰਨ ਚਿੰਤਾਵਾਂ ਅਤੇ ਬੁਨਿਆਦੀ ਕਮੀਆਂ ਨੂੰ ਲੱਭਦੇ ਹੋਏ ਇਸ ਸਬੂਤ ਨੂੰ ਰੱਦ ਕਰ ਦਿੱਤਾ ਅਤੇ ਆਖਰਕਾਰ ਉਸ ਨੂੰ ਸਜ਼ਾ ਸੁਣਾਈ ਗਈ। ਏਅਰਲਾਈਨ ਨੇ ਕਿਹਾ ਕਿ ਮਿਆਮੀ ਤੋਂ ਨਿਊ ਜਰਸੀ ਜਾ ਰਹੇ ਯੂਨਾਈਟਿਡ ਏਅਰਲਾਈਨਸ ਦੇ ਜੈਟ ਨੇ ਇਸ ਹਫ਼ਤੇ ਆਰਲੈਂਡੋ ਫਲੋਰੀਡਾ ਵਿੱਚ ਇੱਕ ਅਨਿਸ਼ਚਿਤ ਲੈਂਡਿੰਗ ਕੀਤੀ ਜਦੋਂ ਇੱਕ ਯਾਤਰੀ ਹਮਲਾਵਰ ਅਤੇ ਵਿਘਨਕਾਰੀ ਬਣ ਗਿਆ। WSVN TV ਦੁਆਰਾ ਪ੍ਰਸਾਰਿਤ ਵੀਡੀਓ ਵਿੱਚ ਜਹਾਜ਼ ਦੇ ਕੈਬਿਨ ਵਿੱਚ ਇੱਕ ਔਰਤ ਅਤੇ ਇੱਕ ਫਲਾਈਟ ਅਟੈਂਡੈਂਟ ਵਿਚਕਾਰ ਲੜਾਈ ਦਿਖਾਈ ਦਿੰਦੀ ਹੈ। ਸੈਲਫੋਨ ਵੀਡੀਓ ਵਿੱਚ ਇੱਕ ਯਾਤਰੀ ਸੰਘਰਸ਼ ਦੌਰਾਨ ਫਲਾਈਟ ਅਟੈਂਡੈਂਟ ਦੇ ਮੋਢੇ ਉੱਤੇ ਆਪਣਾ ਚਿਹਰਾ ਰੱਖ ਕੇ ਅਤੇ ਮੂੰਹ ਵਿੱਚ ਆਪਣੀ ਕਮੀਜ਼ ਦਾ ਇੱਕ ਟੁਕੜਾ ਲੈ ਕੇ ਭੱਜਦਾ ਦਿਖਾਈ ਦਿੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਯੂਨਾਈਟਿਡ ਫਲਾਈਟ 762 ਮੰਗਲਵਾਰ ਨੂੰ ਨਿਊ ਜਰਸੀ ਜਾ ਰਹੀ ਸੀ ਜਦੋਂ ਯਾਤਰੀ ਦੇ ਵਿਘਨ ਪਾਉਣ ਤੋਂ ਬਾਅਦ ਇਸ ਨੂੰ ਆਰਲੈਂਡੋ ਵੱਲ ਮੋੜ ਦਿੱਤਾ ਗਿਆ। ਯੂਨਾਈਟਿਡ ਏਅਰਲਾਈਨਸ ਨੇ ਐਸੋਸੀਏਟਿਡ ਪ੍ਰੈਸ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ ਫਲਾਈਟ ਅਟੈਂਡੈਂਟਸ ਨੇ ਸਥਿਤੀ ਨੂੰ ਕਾਬੂ ਕਰਨ ਅਤੇ ਹੋਰ ਗਾਹਕਾਂ ਦੀ ਸੁਰੱਖਿਆ ਲਈ ਕੰਮ ਕੀਤਾ ਅਤੇ ਆਰਲੈਂਡੋ ਵਿੱਚ ਉਤਰਨ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਨੇ ਫਲਾਈਟ ਨਾਲ ਮੁਲਾਕਾਤ ਕੀਤੀ ਅਤੇ ਯਾਤਰੀ ਨੂੰ ਫਲਾਈਟ ਤੋਂ ਹਟਾ ਦਿੱਤਾ ਗਿਆ। ਆਰਲੈਂਡੋ ਪੁਲਿਸ ਨੇ ਤਾਜ਼ਾ ਅਪਡੇਟ ਵਿੱਚ ਦੱਸਿਆ ਕਿ ਯਾਤਰੀ ਨੂੰ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ ਹੈ ਤੇ ਇਸ ਮਾਮਲੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਸੰਯੁਕਤ ਰਾਸ਼ਟਰ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ ਦਹਾਕਿਆਂ ਵਿੱਚ ਦੁਨੀਆ ਦੀ ਆਬਾਦੀ 2 ਅਰਬ ਤੋਂ ਵੱਧ ਲੋਕਾਂ ਦੇ ਵਧਣ ਅਤੇ 2080 ਦੇ ਦਹਾਕੇ ਵਿੱਚ 10.3 ਬਿਲੀਅਨ ਤੋਂ ਵੱਧ ਹੋਣ ਦੀ ਉਮੀਦ ਹੈ। ਵਰਲਡ ਪੋਪੂਲੇਸ਼ਨ ਡੇ ਤੇ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਕਿ ਇਸ ਸਦੀ ਦੇ ਅੰਤ ਤੱਕ ਵਿਸ਼ਵ ਦੀ ਆਬਾਦੀ ਘਟ ਕੇ 10.2 ਬਿਲੀਅਨ ਹੋ ਜਾਵੇਗੀ। ਵਰਲਡ ਪੋਪੂਲੇਸ਼ਨ ਪ੍ਰੋਸਪੈਕਟਸ 2024 ਦੀ ਰਿਪੋਰਟ ਦੇ ਅਨੁਸਾਰ ਪਹਿਲਾਂ ਤੋਂ ਅਨੁਮਾਨਿਤ ਆਬਾਦੀ ਦੀ ਸਿਖਰ ਕਈ ਕਾਰਕਾਂ ਦੇ ਕਾਰਨ ਹੈ, ਜਿਸ ਵਿੱਚ ਦੁਨੀਆ ਦੇ ਕੁਝ ਵੱਡੇ ਦੇਸ਼ਾਂ ਖਾਸ ਕਰਕੇ ਚੀਨ ਵਿੱਚ ਉਪਜਾਊ ਸ਼ਕਤੀ ਦੇ ਹੇਠਲੇ ਪੱਧਰ ਵੀ ਸ਼ਾਮਲ ਹਨ, ਜਿਸ ਦੀ ਆਬਾਦੀ 2024 ਵਿੱਚ 1.4 ਬਿਲੀਅਨ ਤੋਂ ਘਟ ਕੇ 2100 ਵਿੱਚ 633 ਮਿਲੀਅਨ ਹੋ ਜਾਣ ਦਾ ਅਨੁਮਾਨ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ ਤੇ ਔਰਤਾਂ 1990 ਦੇ ਮੁਕਾਬਲੇ ਔਸਤਨ ਇੱਕ ਘੱਟ ਬੱਚੇ ਪੈਦਾ ਕਰ ਰਹੀਆਂ ਹਨ ਅਤੇ ਸਾਰੇ ਦੇਸ਼ਾਂ ਅਤੇ ਖੇਤਰਾਂ ਵਿੱਚੋਂ ਅੱਧੇ ਤੋਂ ਵੱਧ ਵਿੱਚ ਪ੍ਰਤੀ ਔਰਤ ਜੀਵਤ ਜਨਮਾਂ ਦੀ ਔਸਤ ਸੰਖਿਆ 2.1 ਤੋਂ ਘੱਟ ਹੈ। ਇਹ ਉਹ ਪੱਧਰ ਹੈ ਜੋ ਕਿਸੇ ਦੇਸ਼ ਦੀ ਆਬਾਦੀ ਨੂੰ ਬਿਨਾਂ ਪ੍ਰਵਾਸ ਦੇ ਆਪਣੇ ਆਕਾਰ ਨੂੰ ਬਣਾਈ ਰੱਖਣ ਲਈ ਲੋੜੀਂਦਾ ਹੈ।
ਸੰਯੁਕਤ ਰਾਸ਼ਟਰ ਜਨਸੰਖਿਆ ਵਿਭਾਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ, ਇਟਲੀ, ਦੱਖਣੀ ਕੋਰੀਆ ਅਤੇ ਸਪੇਨ ਸਮੇਤ ਦੁਨੀਆ ਦੇ ਲਗਭਗ 20% ਲੋਕਾਂ ਵਿੱਚ ਅਤੀ ਘੱਟ ਜਣਨ ਸ਼ਕਤੀ ਹੈ, ਜਿਨ੍ਹਾਂ ਵਿੱਚ ਔਰਤਾਂ 1.4 ਤੋਂ ਘੱਟ ਜੀਵਤ ਜਨਮ ਲੈ ਰਹੀਆਂ ਹਨ। ਰਿਪੋਰਟ ਦੇ ਅਨੁਸਾਰ 2024 ਵਿੱਚ ਚੀਨ, ਜਰਮਨੀ, ਜਾਪਾਨ ਅਤੇ ਰੂਸ ਸਮੇਤ 63 ਦੇਸ਼ਾਂ ਅਤੇ ਖੇਤਰਾਂ ਵਿੱਚ ਆਬਾਦੀ ਪਹਿਲਾਂ ਹੀ ਸਿਖਰ ਤੇ ਪਹੁੰਚ ਗਈ ਹੈ। ਇਸ ਸਮੂਹ ਵਿੱਚ ਅਗਲੇ 30 ਸਾਲਾਂ ਵਿੱਚ ਕੁੱਲ ਆਬਾਦੀ ਵਿੱਚ 14% ਦੀ ਗਿਰਾਵਟ ਦਾ ਅਨੁਮਾਨ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬ੍ਰਾਜ਼ੀਲ, ਈਰਾਨ, ਟਰਕੀ ਅਤੇ ਵੀਅਤਨਾਮ ਸਮੇਤ ਹੋਰ 48 ਦੇਸ਼ਾਂ ਅਤੇ ਖੇਤਰਾਂ ਵਿੱਚ ਆਬਾਦੀ 2025 ਅਤੇ 2054 ਦੇ ਵਿਚਕਾਰ ਸਿਖਰ ਤੇ ਰਹਿਣ ਦਾ ਅਨੁਮਾਨ ਹੈ। ਸੰਯੁਕਤ ਰਾਜ ਭਾਰਤ, ਇੰਡੋਨੇਸ਼ੀਆ, ਨਾਈਜੀਰੀਆ ਅਤੇ ਪਾਕਿਸਤਾਨ ਸਮੇਤ ਬਾਕੀ ਬਚੇ 126 ਦੇਸ਼ਾਂ ਅਤੇ ਪ੍ਰਦੇਸ਼ਾਂ ਲਈ ਆਬਾਦੀ ਦੇ 2054 ਤੱਕ ਵਧਣ ਦੀ ਸੰਭਾਵਨਾ ਹੈ ਤੇ ਸੰਭਾਵਤ ਤੌਰ ਤੇ ਸਦੀ ਦੇ ਦੂਜੇ ਅੱਧ ਜਾਂ ਬਾਅਦ ਵਿੱਚ ਸਿਖਰ ਤੱਕ ਪਹੁੰਚ ਜਾਵੇਗੀ। ਦੁਨੀਆ ਦੀ ਆਬਾਦੀ ਪਿਛਲੇ 75 ਸਾਲਾਂ ਵਿੱਚ ਨਾਟਕੀ ਢੰਗ ਨਾਲ ਵਧੀ ਹੈ। 1950 ਵਿੱਚ ਅੰਦਾਜ਼ਨ 2.6 ਬਿਲੀਅਨ ਤੋਂ ਨਵੰਬਰ 2022 ਵਿੱਚ 8 ਬਿਲੀਅਨ ਹੋ ਗਈ। ਉਦੋਂ ਤੋਂ ਇਹ ਲਗਭਗ 2.5% ਵੱਧ ਕੇ 8.2 ਮਿਲੀਅਨ ਹੋ ਗਈ ਹੈ। ਬੁਲਟਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।